ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰਾਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰਤਾਰ। ਤਿਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼੍ਰੀ ਸਤਿਗੁਰ ਇਸ ਰੀਤ ਨਿਤ, ਕਰਤ ਸਿੱਖਨ ਕਲਿਆਣ। ਨਾਮ ਦਾਨ ਦੇ ਮੁਕਤ ਹਿਤ, ਜਾਹਰ ਜੋਤ ਜਹਾਨ। ਸ਼੍ਰੀ ਸਤਿਗੁਰ ਇਸ ਰੀਤ ਨਿਤ, ਕਰਤ ਸਿੱਖਨ ਕਲਿਆਣ। ਨਾਮ ਦਾਨ ਦੇ ਮੁਕਤ ਹਿਤ, ਜਾਹਰ ਜੋਤ ਜਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਕਰ ਲਓ। ਪਰਮ ਸਤਿਕਾਰ ਔਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਭ ਸੰਗਤਾਂ ਨੂੰ ਗੁਰੂ ਗਰੀਬ ਨਵਾਜ। ਹਾਜ਼ਰਾ ਹਜੂਰ ਜਾਹਰਾ ਜਹੂਰ, ਦੀਨਾ ਬੰਧੂ ਭਗਤ ਵਛਲ। ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਮਿਹਰਾਮਤ ਦੇ ਸਦਕਾ ਸੰਧਿਆ ਸਮੇਂ ਦੇ ਸਾਜ ਰਹੇ ਦੀਵਾਨ ਅੰਦਰ ਸਾਧ ਸੰਗਤ ਦੀਆਂ ਕੜੀਆਂ ਮੰਨਣੇ ਦਾ ਸੁਭਾਗ ਆਪਾਂ ਸਰਬੱਤ ਸੰਗਤਾਂ ਨੂੰ ਪ੍ਰਾਪਤ ਹੋ ਰਿਹਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਵਡਿਆਈ ਸਰਵਣ ਕਰਨ ਵਾਸਤੇ ਆਪ ਸਮੂਹ ਸੰਗਤਾਂ ਨਿਤਾ ਪ੍ਰਤੀ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰਦੇ ਹੋ। ਜਥਾ ਪ੍ਰਸੰਗ ਆਪਾਂ ਪਿਛਲੇ ਦੀਵਾਨ ਅੰਦਰ ਸੁਣਿਆ ਵਿਚਾਰਿਆ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਸਾਰੇ ਸੰਸਾਰ ਦੇ ਅੰਦਰ ਗੋਇੰਦਵਾਲ ਸਾਹਿਬ ਦਾ ਪਾਵਨ ਪਵਿੱਤਰ ਤੀਰਥ ਨਗਰ ਪ੍ਰਗਟ ਕੀਤਾ। ਮਹਾਰਾਜ ਦੀ ਕੀਰਤੀ ਵਡਿਆਈ ਮਹਿਮਾ ਸਾਰੇ ਸੰਸਾਰ ਅੰਦਰ
ਫਲੀਭੂਤ ਹੋ ਰਹੀ ਹੈ। ਗੁਰੂ ਘਰ ਦੀ ਜਸ ਵਡਿਆਈ ਨਿੰਦਕਾਂ ਨੂੰ ਚੰਗੀ ਨਾ ਲੱਗੀ। ਇਹਨਾਂ ਬਹਾਨਾ ਬਣਾ ਕਰਕੇ ਅਕਬਰ ਦਰਬਾਰ ਦੇ ਅੰਦਰ ਫਰਿਆਦੀ ਬਣ ਬੈਠੇ। ਅਕਬਰ ਵੱਲੋਂ ਸ਼ਾਹੀ ਫਰਮਾਨ ਭੇਜਿਆ ਕਿ ਹੇ ਗੁਰੂ ਅਮਰਦਾਸ ਜੀ ਮਹਾਰਾਜ, ਕੁਝ ਲੋਕ ਜਿਹੜੇ ਆ ਤੁਹਾਡੇ ਤੇ ਫਰਿਆਦੀ ਹੋ ਕਰਕੇ ਆਏ ਹੈ, ਆਪ ਦਇਆ ਕਰੋ ਮਹਾਰਾਜ, ਇੱਥੇ ਕਚਹਿਰੀ ਵਿੱਚ ਜੋ ਵੀ ਤੁਹਾਡਾ ਪੱਖ ਹੈ ਰੱਖੋ। ਸਤਿਗੁਰਾਂ ਨੇ ਅਕਬਰ ਦੀ ਅਦਾਲਤ ਕਚਹਿਰੀ ਵਿੱਚ ਭੇਜਣ ਵਾਸਤੇ ਨਿਗਾਹ ਮਾਰੀ ਕਿ ਸਿੱਖਾਂ ਵਿੱਚ ਕਿਹੜਾ ਯੋਗ ਹੈ ਜਿਹੜਾ ਕਿ ਬਾਦਸ਼ਾਹ ਦੇ ਦਰਬਾਰ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦਾ ਮਤਾ ਸਿਧਾਂਤ ਰੱਖੇਗਾ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀਆਂ ਨੇ ਸਾਰਿਆਂ ਤੋਂ ਯੋਗ ਸ੍ਰੀ ਰਾਮਦਾਸ ਜੀ ਆਪਣੇ ਜੋ ਉਹਨਾਂ ਦੇ ਪੁੱਤਰੀ ਬੀਬੀ ਭਾਨੀ ਜੀ ਦੇ ਪਤੀ ਹਨ ਉਹਨਾਂ ਨੂੰ ਜਾਣਿਆ। ਔਰ ਫਿਰ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਸਤਿਗੁਰਾਂ ਨੇ ਮਿਹਰਾਮਤ ਕੀਤੀ। ਸ਼੍ਰੀ ਰਾਮਦਾਸ ਜੀਆਂ ਨੂੰ ਅਕਬਰ ਦੀ ਅਦਾਲਤ ਵਿੱਚ ਭੇਜਿਆ। ਜਾਣ ਤੋਂ ਪਹਿਲਾਂ ਧੰਨ ਸ਼੍ਰੀ ਰਾਮਦਾਸ ਜੀ ਮਹਾਰਾਜ ਗੁਰੂ ਅਮਰ ਪਾਤਸ਼ਾਹ ਦੇ ਅੱਗੇ ਬੇਨਤੀ ਕਰਦੇ ਆ, ਮਹਾਰਾਜ ਸਾਨੂੰ ਤੁਹਾਡੇ ਪ੍ਰੇਮ ਤੋਂ ਬਿਨਾਂ ਹੋਰ ਆਉਂਦਾ ਕੁਝ ਨਹੀਂ। ਅਸੀਂ ਅਕਬਰ ਦੇ ਦਰਬਾਰ ਵਿੱਚ ਜਾ ਕਰਕੇ ਕੀ ਬੋਲਾਂਗੇ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਚਿੰਤਾ ਨਾ ਕਰੋ ਪੁੱਤਰ ਰਾਮਦਾਸ, ਜਦੋਂ ਵਿਚਾਰ ਗੋਸ਼ਟੀ ਹੋਏਗੀ ਤੇ ਆਪਣੇ ਸੱਜੇ ਹੱਥ ਤੱਕਣਾ, ਸਾਰੇ ਤਰ੍ਹਾਂ ਦੀ ਵਿਦਿਆ ਕਲਾਵਾਂ ਤੁਹਾਨੂੰ ਉਸੇ ਸਮੇਂ ਸਫੁਰਨ ਹੋ ਆਉਣਗੀਆਂ। ਤੋ ਮਹਾਰਾਜ ਤੇ ਭਰੋਸਾ ਕਰਕੇ ਵਰਦਾਨ ਲੈ ਕਰਕੇ ਸ਼੍ਰੀ ਰਾਮਦਾਸ ਜੀ ਇੱਕ ਰਾਤ ਆਪਣੇ ਨਗਰ ਚੋਨਾ ਮੰਡੀ ਲਾਹੌਰ ਰਹੇ ਹੈ। ਅਗਲੇ ਦਿਨ ਸੱਚੇ ਪਾਤਸ਼ਾਹ ਜੀ ਦਰਬਾਰ ਅਕਬਰ ਦੀ ਕਚਹਿਰੀ ਅੰਦਰ ਗਏ। ਕਚਹਿਰੀ ਸਜੀ ਹੈ। ਦੂਜੀ ਧਿਰ ਵੀ ਆਈ ਜਿਨ੍ਹਾਂ ਨੇ ਗੁਰੂ ਘਰ ਦੇ ਉੱਤੇ ਦਰਖਾਸਤ ਕੀਤੀ ਹੈ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਆਸ਼ਾ ਸਿਧਾਂਤ ਦੱਸਣ ਵਾਸਤੇ ਇਧਰ ਸ਼੍ਰੀ ਰਾਮਦਾਸ ਜੀ ਆਏ ਹੋਏ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਸ ਸਮੇਂ ਜਦੋਂ ਬ੍ਰਾਹਮਣ ਨੇ ਇਲਜ਼ਾਮ ਲਾਇਆ ਵੀ ਇਹ ਗਾਇਤਰੀ ਮੰਤਰ ਨਹੀਂ ਪੜ੍ਹਦੇ, ਖੱਤਰੀ ਜਾਤ ਹੋ ਕਰਕੇ ਪੜ੍ਹਨਾ ਕੀ, ਜਾਣਦੇ ਹੀ ਨਹੀਂ ਗਾਇਤਰੀ ਮੰਤਰ ਕੀ ਹੁੰਦਾ ਹੈ। ਤੋ ਅਕਬਰ ਨੇ ਪੁੱਛਿਆ ਕਿ ਹਾਂਜੀ ਰਾਮਦਾਸ ਜੀ ਆਪ ਜੀ ਦੱਸੋ ਜੋ ਇਹ ਕਹਿੰਦੇ ਸਹੀ ਹੈ। ਤੋ ਉੱਥੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਪਹਿਲਾਂ ਓਅੰਕਾਰ ਦਾ ਸਿਧਾਂਤ ਦੱਸਿਆ ਜਿਹਦੇ ਵਿੱਚ ਸਾਰਾ ਸੰਸਾਰ ਪੈਦਾ ਹੋਇਆ। ਜੇ ਸਾਰਾ ਸੰਸਾਰ ਇੱਕੋ ਪਰਮੇਸ਼ਰ ਦੀ ਪੈਦਾਇਸ਼ ਹੈ ਫਿਰ ਮਨੁੱਖਾਂ ਵਿੱਚ ਵਰਨਾਂ ਦੀ ਵੰਡ ਕਾਹਦੀ। ਜੰਮਣ ਦਾ ਤਰੀਕਾ ਇੱਕੋ ਹੈ, ਮਰਨ ਦਾ ਤਰੀਕਾ ਇੱਕੋ ਹੈ। ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਪੰਜ ਤੱਤ ਵੀ ਸਾਰਿਆਂ ਨੂੰ ਇੱਕੋ ਜਿਹਾ ਜਾਣਦੇ ਆ। ਫਿਰ ਇਹ ਬ੍ਰਾਹਮਣ ਕੌਣ ਹੁੰਦੇ ਆ ਜਿਹੜੇ ਸੰਸਾਰ ਦੇ ਵਿੱਚ ਜੀਵਾਂ 'ਚ ਵੰਡੀਆਂ ਪਾਉਣ ਵੀ ਆ, ਉੱਚੀ ਜਾਤ ਵਾਲਾ ਤੇ ਨੀਵੀਂ ਜਾਤ ਵਾਲਾ। ਜਦੋਂ ਬਣਾਉਣ ਵਾਲਾ ਇੱਕ ਹੈ, ਸਾਂਭਣ ਵਾਲਾ ਇੱਕ ਹੈ। ਇਹੋ ਜਿਹਾ ਸਿਧਾਂਤ ਜਦੋਂ ਦੱਸਿਆ ਸਭ ਚੁੱਪ ਹੋ ਗਏ। ਨਾਲ ਹੀ ਗਾਇਤਰੀ ਮੰਤਰ ਪੜ੍ਹ ਕੇ ਸੁਣਾਇਆ ਵੀ, ਉਹਦੇ ਅਰਥ ਮਾਇਨੇ ਵੀ ਦੱਸੇ ਹੈ। ਬ੍ਰਾਹਮਣ ਉੱਥੋਂ ਸਭਾ ਵਿੱਚੋਂ ਨੀਵੀਂ ਪਾ ਕੇ ਦੌੜ ਗਏ। ਉਦਾਂ ਅਕਬਰ ਨੇ ਕਹਿ ਦਿੱਤਾ ਵੀ ਗੁਰੂ ਅਮਰਦਾਸ ਮਹਾਰਾਜ ਦੀ ਰੀਸ ਤੁਸੀਂ ਨਹੀਂ ਕਰ ਸਕਦੇ। ਸ਼੍ਰੀ ਰਾਮਦਾਸ ਜੀ ਮਹਾਰਾਜ ਨੂੰ ਤੋਰਨ ਲੱਗਿਆਂ ਬਾਦਸ਼ਾਹ ਨੇ ਆਖਿਆ ਵੀ ਫਿਰ ਵੀ ਆਖੋ ਗੁਰੂ ਅਮਰਦਾਸ ਜੀ ਨੂੰ ਕਿ ਤੀਰਥਾਂ ਦੇ ਉੱਪਰ ਬੜਾ ਅਗਿਆਨ ਫੈਲਿਆ ਹੋਇਆ, ਬੜਾ ਕਰਮਕਾਂਡ ਹੁੰਦਾ। ਤੁਸੀਂ ਇੱਕ ਵਾਰੀ ਤੀਰਥਾਂ 'ਤੇ ਫੇਰਾ ਪਾਓ ਤੇ ਉੱਥੇ ਜਾ ਕਰਕੇ ਹਿੰਦੂ ਸਮਾਜ ਨੂੰ ਜਾਂ ਜਿਨ੍ਹਾਂ ਨੂੰ ਪਖੰਡ ਵਿੱਚ ਬ੍ਰਾਹਮਣ ਲੈ ਰਹੇ ਉਹਨਾਂ ਨੂੰ ਸੁਚੇਤ ਕਰੋ। ਸ਼੍ਰੀ ਰਾਮਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਨੂੰ ਤੁਰ ਆਏ।
ਰਸਤੇ ਵਿੱਚ ਜਦਾ ਸੁਣਿਆ ਆਪ ਜੀਆਂ ਇੱਕ ਬਜਾਜ ਦੀ ਦੁਕਾਨ ਤੇ ਕੱਪੜਾ ਪਸੰਦ ਆਇਆ ਕਿ ਇਹ ਤਾਂ ਸਾਡੇ ਸਤਿਗੁਰਾਂ ਤੇ ਸੋਹਣਾ ਲੱਗੇਗਾ। ਸ਼੍ਰੀ ਰਾਮਦਾਸ ਜੀ ਮਾਇਆ ਕੋਲ ਹੈ ਨਹੀਂ, ਉੱਥੇ ਹੀ ਬਸ ਧਿਆਨ ਦੁਆਰਾ ਅੰਗੀਕਾਰ ਕਰਵਾ ਦਿੱਤਾ। ਇਧਰ ਪੰਡਾਲ ਵਿੱਚ ਬੈਠੇ ਹੋਏ ਸਤਿਗੁਰੂ ਅਮਰਦਾਸ ਜੀ ਉਹ ਪਹਿਨ ਵੀ ਲਿਆ। ਫਿਰ ਇੱਥੋਂ ਅੱਗੇ ਕਰੁੱਤੇ ਦੇ ਅੰਬ ਆਏ ਵੇਖੇ, 1 ਰੁਪਈਏ ਦਾ ਰਜਤ ਪਣ ਦਾ ਜਿੰਨੇ ਫਲ ਆਏ ਲੈ ਗਏ ਆ। ਇੱਥੇ ਭੈਰੋਵਾਲ ਦੇ ਕੋਲ ਆ ਕਰਕੇ ਉਹ ਫਲ ਖਰਾਬ ਹੋਣ ਲੱਗੇ ਤਾ ਦੇ ਨਾਲ। ਗੁਰੂ ਅਮਰਦਾਸ ਜੀ ਮਹਾਰਾਜ ਦਾ ਧਿਆਨ ਧਰ ਕੇ ਸ਼੍ਰੀ ਰਾਮਦਾਸ ਜੀ ਬੈਠ ਕੇ ਛਕ ਲਏ ਆ। ਛਕ ਸ਼੍ਰੀ ਰਾਮਦਾਸ ਜੀ ਰਹੇ ਆ ਤੇ ਰਸ ਦੀਆਂ ਘੁੱਟਾਂ ਗੁਰੂ ਅਮਰਦਾਸ ਜੀ ਅੰਦਰ ਲੰਘਾਉਂਦੇ ਆ। ਉਹ ਗਿੜਕ ਵੀ ਮਹਾਰਾਜ ਨੇ ਸਾਂਭ ਕੇ ਰੱਖ ਲਈ ਵੀ ਸੇਵਕ ਦੀ ਨਿਸ਼ਾ ਹੋ ਜਾਵੇ। ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਆਏ ਹੈ ਤੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਸਾਰਾ ਬਿਰਤਾਂਤ ਪੁੱਛਣ ਤੋਂ ਬਾਅਦ ਆਖਿਆ, ਜਿਹੜੇ ਫਲ ਤੁਸਾਂ ਸਾਨੂੰ ਭੇਂਟ ਕੀਤੇ ਹੈ ਉਹ ਬੜੇ ਆਨੰਦ ਦੇਣ ਵਾਲੇ ਸਨ, ਅਸੀਂ ਛਕੇ ਹੈ। ਨਾਲ ਹੀ ਉਹ ਭਾਈ ਵੱਲੂ ਜੀਆਂ ਗਿਟਕ ਵਿਖਾ ਦਿੱਤੀ ਸ਼੍ਰੀ ਰਾਮਦਾਸ ਜੀਆਂ ਨੂੰ। ਤੋ ਇਹੋ ਜਿਹੀ ਕਲਾ ਮਹਾਰਾਜ ਜੀਆਂ ਨੇ ਖੇਡੀ ਹੈ। ਸਾਰੀਆਂ ਸੰਗਤਾਂ ਧੰਨ ਧੰਨ ਕਰ ਉੱਠੀਆਂ ਵੀ ਗੁਰੂ ਅਮਰਦਾਸ ਜੀ ਮਹਾਰਾਜ ਕਿਸੇ ਮਾਇਆ ਇਤਿਆਦਿਕ ਦੇ ਨਾਲ ਵਸ ਆਉਣ ਵਾਲੇ, ਖੁਸ਼ ਰੀਝਣ ਵਾਲੇ ਨਹੀਂ। ਸਤਿਗੁਰੂ ਅਮਰਦਾਸ ਜੀ ਪਾਤਸ਼ਾਹ ਮਹਾਰਾਜ ਤਾਂ ਪ੍ਰੇਮ ਦੇ ਵਸ ਹਨ। ਪ੍ਰੇਮ ਦੀ ਡੋਰੀ ਨਾਲ ਹੀ ਬੰਨੇ ਹੁੰਦੇ ਆ। ਇਹ ਸਾਰੀ ਕਥਾ ਆਪਾਂ ਪਿੱਛੇ ਸ਼੍ਰਵਣ ਕੀਤੀ। ਹੁਣ ਅਕਬਰ ਦੀ ਬੇਨਤੀ ਮੰਨ ਕੇ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਤੀਰਥਾਂ ਤੇ ਜਾਂਦੇ, ਕਿਉਂਕਿ ਕਲਯੁਗ ਦਾ ਸਮਾਂ ਸੀ। ਸਾਧੂ ਸਾਧ ਸੰਗਤ ਜੀ ਬੜੇ ਘੱਟ ਹਨ ਕਲਯੁਗ ਦੇ ਅੰਦਰ, ਤੇ ਪਾਪੀ ਪਾਮਰ ਜ਼ਿਆਦੇ ਆ। ਪਾਪੀਆਂ ਪਾਮਰਾਂ ਦੇ ਇਸ਼ਨਾਨ ਕਰ ਕਰਕੇ ਸਾਰੇ ਤੀਰਥ ਮੈਲੇ ਹੋ ਚੁੱਕੇ ਹੈ। ਤੀਰਥ ਵੱਡਾ ਕਿ ਹਰ ਕਾ ਦਾਸ, ਹਰੀ ਦਾ ਦਾਸ ਸਾਧ ਸੰਗਤ ਜੀ ਤੀਰਥ ਤੋਂ ਵੀ ਵੱਡਾ ਹੈ। ਜੇ ਪਾਪੀ ਤੀਰਥ ਵਿੱਚ ਇਸ਼ਨਾਨ ਕਰਦੇ ਹੈ ਤੋ ਉਹ ਇਸ਼ਨਾਨ ਜਿਹੜਾ ਕੀਤਾ ਹੋਇਆ ਤੀਰਥ ਨੂੰ ਵੀ ਮੈਲਾ ਕਰ ਦਿੰਦਾ, ਕਿਉਂਕਿ ਆਪ ਦਾ ਜਪ ਤਪ ਨਹੀਂ ਹੈ। ਉਹ ਜਦੋਂ ਤੀਰਥਾਂ ਵਿੱਚ ਮੈਲ ਪੈਂਦੀ, ਮੈਲ ਲੱਗਦੀ ਵੈ, ਉਸੇ ਹੀ ਵਿੱਚ ਫਿਰ ਸਾਧੂ ਇਸ਼ਨਾਨ ਕਰਦੇ, ਉਹਦੀ ਮੈਲ ਫਿਰ ਕੱਟੀ ਜਾਂਦੀ ਹੈ। ਤੀਰਥ ਮੈਲ ਲਾਉਣ ਦੇ ਸਮਰੱਥ ਹਨ, ਪਰ ਤੀਰਥ ਵੀ ਮੈਲ ਦੇ ਦੋਸ਼ ਸਹਿਤ ਹੋ ਜਾਂਦੇ ਆ ਜਦੋਂ ਕੋਈ ਪਾਪੀ ਕੇਵਲ ਤੇ ਕੇਵਲ ਪਾਪੀ ਇਸ਼ਨਾਨ ਕਰਦੇ ਆ। ਜਦੋਂ ਕੋਈ ਸਾਧ ਬਿਰਤੀ ਦਾ ਕੋਈ ਅਵਤਾਰੀ ਪੁਰਸ਼ ਉਹਨਾਂ ਵਿੱਚ ਇਸ਼ਨਾਨ ਕਰਦਾ ਹੈ, ਉਹ ਤੀਰਥ ਮੁੜ ਫਿਰ ਆਪਣੀ ਪਵਿੱਤਰਤਾ ਧਾਰਨ ਕਰ ਲੈਂਦੇ ਆ। ਭਾਵ ਪਾਪੀਆਂ ਦੀ ਮੈਲ ਲੈਂਦੀ ਹੈ। ਉਹਨਾਂ ਦੇ ਚਰਨਾਂ ਦੀ ਪਵਿੱਤਰਤਾ ਦੇ ਨਾਲ ਜਿਹੜੇ ਹਨ ਉਹ ਤੀਰਥ ਪਵਿੱਤਰ ਹੋਈ ਜਾਂਦੇ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਹੁਣ ਤੀਰਥਾਂ ਤੇ ਵਿਚਰਨ ਵਾਸਤੇ ਜਾ ਰਹੇ ਹੈ। ਉੱਥੇ ਫੈਲੇ ਹੋਏ ਅੰਧਕਾਰ ਨੂੰ ਜਥਾ ਗੁਰੂ ਨਾਨਕ ਪਾਤਸ਼ਾਹ ਜੀਆਂ ਦੂਰ ਕੀਤਾ ਸੀ, ਉਸੇ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਕਰ ਰਹੇ ਹੈ। ਜਿਵੇਂ ਉਹ ਪ੍ਰਸੰਗ ਆਉਂਦਾ ਆਪਾਂ ਸੁਣੀਏ ਜੀ। ਗੁਰੂ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਨੂੰ ਹਿਰਦੇ ਵਿੱਚ ਵਸਾਓ, ਸਾਰੀ ਸੰਗਤ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਸਤਿਗੁਰ ਇਸ ਰੀਤ ਨਿਤ। ਕਵੀ ਜੀ ਅੱਗੇ ਦੱਸਦੇ ਆ, ਪਹਿਲੀ ਰਾਸ ਦਾ 45 ਅੰਸੂ ਆਰੰਭ ਹੁੰਦਾ ਹੈ। ਕਵੀ ਜੀ ਕਹਿੰਦੇ ਗੁਰੂ ਅਮਰਦਾਸ ਜੀ ਮਹਾਰਾਜ ਇਸੇ ਰੀਤ ਮਰਿਆਦਾ ਚਾਲ ਦੇ ਨਾਲ ਕਰਤ ਸਿੱਖਨ ਕਲਿਆਣ। ਮਹਾਰਾਜ ਕਿਰਪਾ ਕਰਦੇ ਹੋਏ ਬੜਿਆਂ ਸਿੱਖਾਂ ਦੀ ਕਲਿਆਣ ਕਰ ਰਹੇ ਹੈ। ਨਾਮ ਦਾਨ ਦੇ ਮੁਕਤ ਹਿਤ। ਬੜਿਆਂ ਜੀਵਾਂ ਨੂੰ ਗੁਰਸਿੱਖਾਂ ਨੂੰ ਨਾਮ ਦਾ ਦਾਨ ਬਖਸ਼ ਬਖਸ਼ ਕੇ
ਸਤਿਗੁਰਾਂ ਨੇ ਮੁਕਤੀ ਬਖਸ਼ਿਸ਼ ਕੀਤੀ, ਬਿਹਰਾਮਤਾਂ ਕੀਤੀਆਂ ਨੇ। ਜਾਹਰ ਜੋਤ ਜਹਾਨ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜੋਤ ਜਿਹੜੀ ਜਾਹਰ ਪ੍ਰਤੱਖ ਪ੍ਰਗਟ ਹੋ ਰਹੀ ਸਾਰੇ ਸੰਸਾਰ ਅੰਦਰ, ਗੁਰੂ ਅਮਰਦਾਸ ਮਹਾਰਾਜ ਦੀ ਜਿਹੜੀ ਅਕਾਲੀ ਜੋਤ ਹੈ ਇਹਨਾਂ ਦੇ ਅੰਦਰ, ਉਹਦੀ ਮਹਿਮਾ, ਉਹਦੀ ਸੋਭਾ ਸਾਰੇ ਸੰਸਾਰ ਦੇ ਅੰਦਰ ਫੈਲ ਰਹੀ ਹੈ। ਸੋਰਠਾ ਦਰਸ਼ਨ ਪੁਰਬ ਅਪੀਚ, ਉਹ ਅੱਗੇ ਕਵੀ ਜੀ ਕਹਿੰਦੇ ਪੁਰਬਾਂ ਦੇ ਜਿਹੜੇ ਦਰਸ਼ਨ ਹੈ ਉਹ ਪੁਰਬਾਂ ਤੇ ਕੀਤਾ ਹੋਇਆ, ਜਿਸ ਪ੍ਰਕਾਰ ਦਰਸ਼ਨ ਅਬੀਚ। ਅਬੀਚ ਸਾਧ ਸੰਗਤ ਜੀ ਜਿਹੜੇ 27 ਨਛੱਤਰ ਮੰਨੇ ਹੈ ਜੋਤਿਸ਼ ਮਤ ਵਾਲਿਆਂ, ਇਹਦੇ ਵਿੱਚ ਅਭਿਚਿਤ ਨਾਮ ਦਾ ਨਛੱਤਰ ਹੈ। ਤੇ ਹਿੰਦੂ ਗ੍ਰੰਥਾਂ ਜਾਂ ਜੋਤਿਸ਼ ਵਾਲੇ ਮੰਨਦੇ ਆ ਵੀ ਇਸ ਨਛੱਤਰ ਦੇ ਅੰਦਰ ਜੇ ਕੋਈ ਕਿਸੇ ਪੁਰਬ, ਇਹ ਪੁਰਬ ਵਿਸ਼ੇਸ਼ ਮੰਨਿਆ ਜਾਂਦਾ, ਕੋਈ ਇਸ਼ਨਾਨ ਕਰੇ ਉਹਦਾ ਬੜਾ ਫਲ ਮਿਲਦਾ ਹੈ। ਪੁੰਨ ਰੂਪ ਤੀਰਥ ਗੁਰੂ, ਤੇ ਕਹਿੰਦੇ ਆ ਕਿ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਦਾ ਫਲ ਕਿੰਨਾ ਹੈ। ਜਿਨ੍ਹਾਂ ਅਬੀਜ ਨਛੱਤਰ ਅੰਦਰ ਕਿਸੇ ਵਿਸ਼ੇਸ਼ ਪੁਰਬ ਤੇ ਔਰ ਕਿਸੇ ਤੀਰਥ ਦਾ ਇਸ਼ਨਾਨ ਕਰੇ, ਜਿੰਨਾ ਫਲ ਕੇਵਲ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਦਾ ਹੈ। ਕਿਉਂਕਿ ਪੁੰਨ ਰੂਪ ਤੀਰਥ ਗੁਰੂ, ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪੁੰਨ ਰੂਪ ਤੀਰਥ ਹਨ। ਮਿਟਹਿ ਜਨਮ ਅਰ ਮੀਚ, ਤੇ ਜਨਮ ਤੇ ਮੌਤ ਮਿਟ ਜਾਂਦੀ, ਜਿਵੇਂ ਤੀਰਥਾਂ ਵਿੱਚ ਇਸ਼ਨਾਨ ਕਰਕੇ ਉਹ ਮੈਲ ਕੱਟੀ ਜਾਂਦੀ ਹੈ। ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਤੀਰਥ ਵਰਗੇ ਹੈ। ਇਹਨਾਂ ਦੇ ਦਰਸ਼ਨ ਰੂਪੀ ਜਿਹੜਾ ਇਸ਼ਨਾਨ ਕਰੇਗਾ ਉਹਦਾ ਫਲ ਕੀ ਹੈ? ਜਨਮ ਮਰਨ ਦੀ ਜਿਹੜੀ ਮੈਲ ਜੀਵਾਂ ਨੂੰ ਲੱਗੀ ਹੋਈ ਹੈ ਉਹ ਮਿਟ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ। ਮੱਝਹਿ ਜੇ ਪ੍ਰੇਮੀ ਭਗਤ, ਜਿਹੜੇ ਪ੍ਰੇਮਾ ਭਗਤੀ ਦੇ ਸਹਿਤ ਕੋਈ ਸਿੱਖ ਗੁਰਮੁਖ ਹਨ, ਕੋਈ ਪ੍ਰੇਮਾ ਭਗਤੀ ਵਾਲੇ ਜੀਵ ਹੈ, ਉਹ ਮੱਝਹਿ ਕਹੀਏ ਜੇ ਇਸ਼ਨਾਨ ਦਰਸ਼ਨਾਂ ਰੂਪੀ ਇਸ਼ਨਾਨ ਕਰ ਲੈਣ ਤਾਂ ਚਾਪਈ ਨਿਰਮਲਾਨ ਜਾਹੇ ਬਰਬਾਰੀ। ਇਸ ਪ੍ਰਕਾਰ ਤੀਰਥ ਵਿੱਚ ਇਸ਼ਨਾਨ ਵਾਸਤੇ ਜਿਹੜਾ ਜਲ ਭਰਿਆ ਹੁੰਦਾ ਹੈ ਸਰੋਵਰ ਨਦੀਆਂ ਵਿੱਚ, ਗੁਰੂ ਅਮਰਦਾਸ ਮਹਾਰਾਜ ਰੂਪੀ ਤੀਰਥ ਵਿੱਚ ਜਲ ਕਿਹੜਾ ਭਰਿਆ? ਉਹ ਨਿਰਮਲ ਗਿਆਨ ਰੂਪੀ ਜਲ ਭਰਿਆ ਹੋਇਆ, ਉਜਲ ਗਿਆਨ ਰੂਪੀ ਜਲ ਭਰਿਆ। ਕਈ ਸਾਧ ਸੰਗਤ ਜੀ ਕਹਿੰਦੇ ਗਿਆਨ ਗੁਰੂ ਹੈ। ਗਿਆਨ ਵੀ ਸਾਧ ਸੰਗਤ ਜੀ ਇੱਕ ਸਮਲ ਗਿਆਨ ਹੈ, ਇੱਕ ਅਮਲ ਗਿਆਨ ਹੈ। ਅਮਲ ਗਿਆਨ ਜਿਹੜਾ ਮੈਲ ਦੋਸ਼ਾਂ ਤੋਂ, ਇੱਕ ਗਿਆਨ ਉਹ ਹੈ ਜਿਹੜਾ ਕਿਸੇ ਸਾਧੂ ਪਾਸੋਂ ਵੀ ਮਿਲਦਾ, ਵੀ ਅੰਮ੍ਰਿਤ ਵੇਲੇ ਉੱਠਣਾ, ਦਰਸ਼ਨ ਇਸ਼ਨਾਨ ਕਰਨੇ, ਆਪ ਨਾਮ ਜਪਣਾ, ਹੋਰਾਂ ਨੂੰ ਜਪਾਉਣਾ, ਹੈ ਵੀ ਗਿਆਨ। ਇਹ ਗਿਆਨ ਅਮਲ ਗਿਆਨ ਹੈ, ਉਜਲ ਗਿਆਨ ਹੈ, ਜਿਹੜਾ ਸਾਧ ਸੰਗਤ ਜੀ ਧੰਦਿਆਂ ਵਿੱਚ ਫਸਾਉਣ ਵਾਲਾ ਹੈ। ਹੁਣ ਬੱਚਾ ਜੰਮਦਾ ਤੇ ਉਹਨੂੰ ਗਿਆਨ, ਜੰਮਦੇ ਬੱਚੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕਿਵੇਂ ਧੰਦੇ ਕਰਨੇ ਆ, ਕਮਾਈ ਕਰਨੀ। ਉਹਨੂੰ ਅਸੀਂ ਸੰਭਾਲ ਕੇ ਸਾਰਾ ਸਿਖਾਉਣੇ ਆ ਵੀ ਇੱਥੋਂ ਐਂ ਪੈਸੇ ਬਟੋਰਨੇ, ਇੱਥੋਂ ਇਸ ਪ੍ਰਕਾਰ ਆਹ ਕਾਰਜ ਕਰੋਗੇ ਆ ਮਾਇਆ ਮਿਲੇਗੀ, ਇੰਨੀ ਵਿਆਜ ਲਾਉਣੀ ਆ, ਸਾਰਾ ਵਿਆਜਾਂ ਵੂਜਾਂ ਆਪਾਂ ਹੀ ਦੱਸਦੇ ਹਨ। ਹੈ ਉਹ ਵੀ ਗਿਆਨ, ਬੱਚਾ ਨਹੀਂ ਜਾਣਦਾ ਹੁੰਦਾ। ਇਹ ਸਮਲ ਗਿਆਨ ਹੈ ਸਹਿਤ ਮੈਲ ਦੇ, ਤੇ ਗੁਰੂ ਵਾਲੇ ਪਾਸੇ ਜੋੜਨਾ ਇਹ ਕੋਈ ਗਿਆਨ ਦਿੰਦਾ, ਇਹ ਅਮਲ ਗਿਆਨ, ਉਜਲ ਗਿਆਨ ਹੈ। ਗੁਰੂ ਅਮਰਦਾਸ ਜੀ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਰੂਪ ਲੈ ਕੇ ਸਾਰਿਆਂ ਨੂੰ ਸਾਧ ਸੰਗਤ ਜੀ ਕਾਂ ਦੀ ਵਿੱਠ ਜਾਣ ਕੇ ਛੱਡ ਦੇਣਾ, ਇਹਨੂੰ ਤਰਤਮ ਤੀਬਰ ਵੈਰਾਗ ਕਹਿੰਦੇ ਆ। ਤੋ ਇੱਕ ਵੈਰਾਗ ਤੇ ਇੱਕ ਜੋਗ ਜੁੜਨਾ, ਇਹ ਦੋ ਕਿਨਾਰੇ ਹਨ। ਸਿੱਖ ਸੰਗਤ ਜਲ ਜੰਤ ਅਨੇਕਾ, ਤੇ ਜਿਵੇਂ ਉਹ ਜਲ ਮੱਛੀਆਂ ਆਦਿਕ ਰਹਿੰਦੇ ਆ ਨਾ, ਉਹ ਜਲ ਵਿੱਚ ਇਹ ਗੁਰੂ ਅਮਰਦਾਸ ਮਹਾਰਾਜ ਰੂਪੀ ਤੀਰਥ ਹੁੰਦਾ। ਸਮ ਦਮ ਸਤ ਸੰਤੋਖ ਵਿਵੇਕਾ, ਤੇ ਸਾਮ ਅਵਸਥਾ ਜਿਹੜੀ ਹੈ ਮਨ ਦੀਆਂ ਵਾਸ਼ਨਾ ਨੂੰ ਕਾਬੂ ਕਰਨਾ। ਇੱਕ ਦਮ ਹੁੰਦਾ, ਦਮਨ ਕਰਨਾ। ਮਨ ਕਰਦਾ ਪਰਾਇਆ ਰੂਪ ਵੇਖਣ ਨੂੰ, ਪਰ ਅੱਖਾਂ ਨੂੰ ਮੋੜ ਕੇ ਰੱਖਣਾ, ਇਹਨੂੰ ਦਮ ਕਹਿੰਦੇ ਆ। ਪਰ ਮਨ ਤਾਂ ਕਰਦਾ। ਦਮ ਇੰਦਰੀਆਂ ਦਾ ਦਮਨ ਕਰਨਾ, ਅੱਖਾਂ ਨੂੰ ਰੋਕਣਾ, ਕੰਨਾਂ ਨੂੰ ਨਿੰਦਾ ਸੁਣਨ ਤੋਂ ਰੋਕਣਾ, ਇਹ ਦਮ ਕਹਾਉਂਦਾ। ਇੱਕ ਸਾਧ ਸੰਗੀ ਸਾਮ ਹੁੰਦਾ। ਸਾਮ ਅਵਸਥਾ ਹੁੰਦੀ ਆ ਵੀ ਇੱਕ ਤਾਂ ਮਾੜੇ ਫੁਰਨੇ ਆਉਂਦੇ ਆ ਨਾ, ਫਿਰ ਰੋਕਣਾ ਪੈਂਦਾ ਵੀ ਜੇ ਨਿੰਦਿਆ ਕਰਨ ਨੂੰ
ਵੱਧਦੀ ਤਾਂ ਹੈ ਪਰ ਹੀ ਸੋਚ ਸੰਜਮ ਇਸ਼ਨਾਨ ਰੋ ਧਿਆਨਾ। ਤੇ ਪਵਿੱਤਰਤਾ ਰੱਖਣੀ, ਮਨ ਦੀ ਸੰਜਮ ਕਰਨਾ, ਭਾਵ ਜਿਹੜਾ ਕਿਸੇ ਵਸਤੂ ਕਿਸੇ ਪਾਸੋਂ ਸੰਜਮ ਰੱਖਣਾ, ਅੱਖਾਂ ਦਾ ਸੰਜਮ ਰੱਖਣਾ, ਰੂਪ ਵੇਖਣੋਂ, ਤੇ ਮਨ ਦਾ ਫੁਰਨਿਆਂ ਤੋਂ, ਕੰਨਾਂ ਦਾ ਨਿੰਦਾ ਸੁਣਨ ਤੋਂ, ਜੇਬਾਂ ਦਾ ਚੁਗਲੀ ਕਰਨ ਤੋਂ, ਹੱਥਾਂ ਦਾ ਪਰਾਇਆ ਧਨ ਖਿੰਝਣ ਤੋਂ, ਇਹਨੂੰ ਰੋਕਣਾ, ਇਹ ਸੰਜਮ ਹੈ। ਤੇ ਇਹ ਸਾਰੇ ਕਹਿੰਦੇ ਅਰ ਧਿਆਨ, ਇਹ ਧਿਆਨ ਲਾਉਣਾ, ਇਸ ਤਰ੍ਹਾਂ ਦੇ ਇਹ ਇਸ਼ਨਾਨ ਹੋ ਰਿਹਾ ਹੈ ਗੁਰੂ ਅਮਰਦਾਸ ਮਹਾਰਾਜ ਰੂਪੀ ਤੀਰਥ ਅੰਦਰ। ਇਹ ਸਿੱਖ ਇਸ਼ਨਾਨ ਕਰ ਰਹੇ ਹਨ, ਸੰਜਮ, ਸੁੱਚ ਰੱਖਣੀ, ਪਵਿੱਤਰਤਾ ਤੇ ਸਮ ਦਮ ਸਤ ਸੰਤੋਖ ਵਿਚਾਰ, ਇਹ ਸਾਰੇ ਇਹਨਾਂ ਰੂਪੀ ਇਸ਼ਨਾਨ ਹੋ ਰਿਹਾ ਹੈ। ਇਹੋ ਸਭ ਖਿਰੇ ਕਮਲ ਵਿਧਨਾਨਾ। ਕਹਿੰਦੇ ਇਸ ਪ੍ਰਕਾਰ ਸਿੱਖਾਂ ਦੇ ਹਿਰਦੇ ਰੂਪੀ ਕਮਲ ਜਿਹੜੇ ਨਾਨਾ ਤਰ੍ਹਾਂ ਦੇ ਖਿੜ ਰਹੇ। ਇਹ ਭਾਵ ਜਿਵੇਂ ਸਾਧ ਸੰਗਤ ਜੀ ਉਹ ਤੀਰਥਾਂ ਤੇ ਉੱਥੇ ਕਮਲ ਵੀ ਖਿੜੇ ਹੁੰਦੇ ਆ, ਨਦੀਆਂ ਤੇ ਕਮਲ ਦੀਆਂ ਬਗੀਚੀਆਂ ਹੁੰਦੀਆਂ। ਬਗੀਚੀਆਂ ਕਮਲ ਦੀਆਂ ਕੀ ਹੈ? ਸੁੱਚ, ਸੰਜਮ, ਇਸ਼ਨਾਨ, ਗਿਆਨ, ਧਿਆਨ, ਸਮ ਦਮ ਸਤ ਸੰਤੋਖ, ਇਹ ਸਾਰੇ ਕਮਲ ਮਾਨੋ ਖਿੜ ਰਹੇ ਹਨ ਗੁਰੂ ਅਮਰਦਾਸ ਰੂਪੀ ਤੀਰਥ ਅੰਦਰ। ਕਲਮਲ ਕਲ ਕੇ ਕਾਲ ਮਲੀਨਾ। ਜਿਹੜੇ ਕਲਯੁਗ ਦੇ ਸਮੇਂ ਦੇ ਮਲੀਨ, ਜਿਹੜੇ ਮੈਲੇ ਹੋ ਚੁੱਕੇ ਹਨ ਪਾਪਾਂ ਕਰਕੇ, ਦਰਸ਼ਨ ਮੱਜਨ ਤੇ ਕਰਹੀਨਾ। ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਰੂਪੀ ਜੇ ਇਸ਼ਨਾਨ ਕਰ ਲਵੇ, ਜੇ ਕੋਈ ਕਿੱਡਾ ਵੀ ਪਾਪੀ ਹੈ, ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਰੂਪੀ ਇਸ਼ਨਾਨ ਕਰ ਲਵੇ ਤੇ ਹੀਨਾ, ਮਹਾਰਾਜ ਨੂੰ ਪਾਪਾਂ ਤੋਂ ਹੀਣਾ ਖਾਲੀ ਕਰ ਦਿੰਦੇ। ਭਾਵ ਮਲ ਜਨਮ ਜਨਮ ਦੀ ਕੱਟੀ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਜਨਮਾਂ ਜਨਮਾਂਤਰਾਂ ਦੀ ਮੈਲ ਸਤਿਗੁਰੂ ਦੇ ਦਰਸ਼ਨ ਕੱਟ ਦਿੰਦੇ ਆ। ਸੀਤਲਤਾ ਮੁਕਤੀ ਜਿ ਸਮਾਹੀ। ਕਹਿੰਦੇ ਉਹ ਜਲ ਠੰਡਾ ਹੁੰਦਾ ਨਾ ਤੀਰਥਾਂ ਦਾ, ਤੇ ਗੁਰੂ ਅਮਰਦਾਸ ਰੂਪੀ ਤੀਰਥ ਅੰਦਰ ਠੰਡਕ ਕਿਹੜੀ ਹੈ? ਉਹ ਮੁਕਤੀ ਰੂਪੀ ਠੰਡ, ਸ਼ਾਂਤੀ ਹੈ। ਵੱਡੇ ਭਾਗ ਪ੍ਰਾਪਤ ਹੋਏ ਤਾਹੀ। ਇਹ ਇਸ਼ਨਾਨ ਜਿਹੜਾ ਨਾ ਗੁਰੂ ਅਮਰ ਪਾਤਸ਼ਾਹ ਦੇ ਦਰਸ਼ਨਾਂ ਦਾ ਇਸ਼ਨਾਨ ਜਿਹੜਾ, ਤੇ ਵੱਡੇ ਭਾਗ ਹੋਣ ਤੇ ਫੇਰ ਪ੍ਰਾਪਤ ਹੁੰਦਾ ਹੈ। ਆਸ ਸਤਿਗੁਰ ਤੀਰਥ ਅਤ ਪਾਵਨ। ਕਵੀ ਜੀ ਕਹਿੰਦੇ ਇਹੋ ਜਿਹੇ ਪਾਵਨ ਪਵਿੱਤਰ ਤੀਰਥ ਦੇ ਸਦਰਸ ਹਨ ਗੁਰੂ ਅਮਰਦਾਸ ਜੀ ਮਹਾਰਾਜ। ਇਛਤ ਭੇ ਛਿਤ ਤੀਰਥ ਜਾਵਨ। ਮਹਾਰਾਜ ਆਪ ਹੀ ਤੀਰਥ ਵਰਗੇ ਆ, ਤੀਰਥ ਤੋਂ ਵੀ ਵਧੇਕ ਨੇ, ਪਰ ਸੱਚੇ ਪਾਤਸ਼ਾਹ ਜੀ ਇੱਛਾ ਕੀਤੀ ਵੀ ਅਸੀਂ ਤੀਰਥਾਂ ਦੀ ਯਾਤਰਾ ਤੇ ਜਾਣਾ ਕਰੀਏ। ਗੰਗਾ ਆਦਿਕ ਤੀਰਥ ਜੇਈ। ਜਿਹੜੇ ਗੰਗਾ, ਕੇਦਾਰਨਾਥ, 18 ਤੀਰਥ ਗੰਗਾ ਦੇ ਕੰਢੇ ਮੰਨੇ ਹੋਏ ਆ, ਜਿਹੜੇ ਆ ਸਾਧ ਸੰਗੀ ਰਿਸ਼ੀਕੇਸ਼ ਤੋ ਤਪਧਾਮ ਇਤਿਆਦਿਕ ਬੇਅੰਤ ਤੀਰਥ ਹਨ। ਇਹ ਸਾਰੇ ਤੀਰਥ ਹਿੰਦੂਆਂ ਦੇ ਜਿਹੜੇ ਹਨ, ਗੰਗਾ ਦੇ ਕਿਨਾਰੇ, ਇਸ ਤੋਂ ਬਾਅਦ ਕਰਕਸ਼ੇਤਰ ਵਰਗੇ ਸਾਰੇ ਤੀਰਥ, ਪਿਹੋਵਾ, ਇਹ ਜਿੰਨੇ ਤੀਰਥ ਹਨ, ਮੱਝਾਂ ਕਲੀ ਕਾਲ ਨਰ ਤੇਈ। ਤੇ ਉਹਨਾਂ ਸਾਰਿਆਂ ਤੀਰਥਾਂ ਦੇ ਵਿੱਚ ਕਲਯੁਗ ਦੇ ਜਿਹੜੇ ਮਲੀਨ ਪਾਪੀ ਨਰ ਨੇ, ਬਾਣੀ ਨਾਮ ਤੋਂ ਹੀਣੇ ਆ, ਉਹ ਇਸ਼ਨਾਨ ਕਰਦੇ ਆ। ਅਨਗਨ ਪਾਪ ਤਜੈ ਤਿਨ ਮਾਹੀ। ਤੇ ਆਪਦੇ ਅਣਗਿਣਤ ਕੀਤੇ ਹੋਏ ਪਾਪ ਲਾਹ ਲੈਂਦੇ ਆ। ਤੇ ਪਾਪ ਜਾਂਦੇ ਕਿੱਥੇ? ਤੀਰਥਾਂ 'ਚ ਹੀ ਜਾਂਦੇ ਆ ਨਾ। ਜਿਹੜਾ ਲਾਉਂਦਾ, ਜਿਵੇਂ ਉਹ ਕੱਪੜੇ ਤੋਂ ਮੈਲ ਲਾਈਏ, ਜੇ ਕੱਪੜਾ ਤਾਂ ਚਿੱਟਾ ਹੋ ਜਾਂਦਾ, ਉਹਦੀ ਮੈਲ ਤਾਂ ਉਸੇ ਪਾਣੀ 'ਚ ਰਹਿ ਜਾਂਦੀ ਹੈ ਜਿਹੜੇ ਵਿੱਚ ਧੋਤਾ। ਤੀਰਥਾਂ ਦੇ ਵਿੱਚ ਉਹ ਮੈਲ ਸਾਰੀ, ਇਹਨਾਂ ਦੇ ਪਾਪ ਤੀਰਥਾਂ ਦੇ ਵਿੱਚ ਪੈ ਜਾਂਦੇ ਆ। ਜਿਨ ਕੋ ਭਾਰ ਸਹਾਰਤ ਨਾਹੀ। ਤੇ ਜਿਹੜੇ ਵਿਚਾਰੇ ਤੀਰਥ ਆ, ਇੰਨੇ ਪਾਪੀਆਂ ਦੇ ਪਾਪਾਂ ਦਾ ਭਾਰ ਨਹੀਂ ਸਹਾਰ ਰਹੇ ਹਨ। ਜਾਂ ਤੇ ਸ਼੍ਰੀ ਸਤਿਗੁਰੂ ਅਰਾਧਾ। ਤੇ ਉਹ ਤੀਰਥਾਂ ਨੇ ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਰਾਧਨ ਕੀਤਾ ਵੀ ਇਹ ਸਮੇਂ ਦੇ ਅਵਤਾਰ ਗੁਰੂ ਅਮਰਦਾਸ ਜੀ, ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਸਾਡੀ ਕਲਿਆਣ, ਪਾਪੀ ਜੀਵ ਸਾਡੇ 'ਚ ਇਸ਼ਨਾਨ ਕਰਕੇ ਆਪਦੇ ਪਾਪ ਤਾਂ ਲਾਹ ਜਾਂਦੇ ਆ, ਪਰ ਹੁਣ ਸਾਧੂ ਕੋਈ ਹੈ ਨਹੀਂ ਤੇ ਸਾਡੇ ਪਾਪ ਕੌਣ ਲਾਏਗਾ? ਵੀ ਤੀਰਥਾਂ ਦੇ ਵਿੱਚ ਜੀਵਾਂ ਦੇ ਪਾਪ, ਪਰ ਤੀਰਥਾਂ ਨੂੰ ਜਿਹੜਾ ਭਾਰ ਚੜ੍ਹਦਾ, ਮੈਲ ਲੱਗਦੀ, ਉਹ ਲਾਉਣ ਵਾਲਾ ਕੋਈ ਨਹੀਂ। ਇਸ ਲਈ ਇਹਨਾਂ ਨੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਆਰਾਧਨ ਕੀਤਾ ਹੈ। ਆਨ ਚਰਨ ਪਾਵੋ ਹੱਥ ਬਾਧਾ। ਇਹ ਸੱਚੇ ਪਾਤਸ਼ਾਹ ਜੀ ਸਾਡੀ ਬਾਧਾ ਪੀੜਾ ਨੂੰ ਹੱਥ ਨਾਸ਼ ਕਰ ਦਿਓ। ਆਪ ਜੀ ਚਰਨ ਪਾਓ ਆਣ ਤੀਰਥਾਂ ਅੰਦਰ। ਪਾਪਣ ਤੇ ਪੀੜਤ ਹਮ ਹੋਏ। ਕਿਉਂਕਿ ਅਸੀਂ ਪਾਪਾਂ ਤੋਂ ਬੜੇ ਪੀੜਤ ਹੋ ਚੁੱਕੇ, ਬੜੇ ਦੁਖੀ ਹਾਂ।
ਕਮਲ ਬੜੇ ਪਵਿੱਤਰ ਹਨ। ਜਬ ਹਮ ਬਿਖੈ ਕਰਹਾਗੇ ਪਾਵਨ। ਤੇ ਆਪ ਆਪਦੇ ਪਵਿੱਤਰ ਚਰਨਾਂ ਨੂੰ ਜਦੋਂ ਸਾਡੇ ਇਸ ਜਲ ਵਿੱਚ ਪਾਓਗੇ ਤੀਰਥ ਅੰਦਰ, ਤਤ ਛਿਨ ਹਮ ਸਭ ਹੋਏ ਸੁਖਾਰੇ। ਤੇ ਅਸੀਂ ਸਾਰੇ ਸੁਖਾਲੇ ਹੋ ਜਾਵਾਂਗੇ, ਸੌਖੇ ਹੋ ਜਾਵਾਂਗੇ। ਆਵਹ ਤੂਰਨ ਕਰਨਾ ਤਾਰੇ। ਤੇ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਆਓ ਤੇ ਸਾਡੀ ਕਲਿਆਣ ਕਰਨੀ ਦਿਓ, ਕਰੋ ਸਾਨੂੰ ਮਿਹਰਾਮਤ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਰੋ। ਇਹ ਸਾਧ ਸੰਗਤ ਦੀ ਪਾਪੀ ਲੋਕ ਇਸ਼ਨਾਨ ਕਰਕੇ ਆਪਦੀ ਮੈਲ ਤਾਂ ਲਾਹ ਲੈਂਦੇ ਆ, ਪਰ ਕਹਿੰਦੇ ਉਹ ਮੈਲ ਤੀਰਥਾਂ ਨੂੰ ਲੱਗਦੀ ਹੈ। ਜਿਵੇਂ ਤ੍ਰੇਤੇ ਯੁੱਗ ਦੇ ਅੰਦਰ ਇੱਕ ਭਿਲਨੀ ਨਾਵੇਂ ਸਾਧ ਸੰਗਤ ਨੀਚ ਜਾਤ ਦੀ ਇਸਤਰੀ ਸੀ, ਤੇ ਹੈ ਨਾਮ ਜਪਣ ਵਾਲੀ, ਬੜੀ ਸ਼ਰਧਾ ਰੱਖੇ ਪਰਮੇਸ਼ਰ ਤੇ ਉਹ ਮਾਈ ਸਾਧੂਆਂ ਦੀ ਸੇਵਾ ਵਿੱਚ ਬੜਾ ਪ੍ਰੇਮ ਰੱਖਦੀ ਸੀ, ਪਰ ਉਹ ਹੈ ਨੀਚ ਜਾਤ ਦੀ ਸੀ ਵਿਚਾਰੀ। ਇਹਨਾਂ ਦੇ ਵੀ ਰੌਲਾ ਵੀ ਨੀਵੀਂ ਜਾਤੀ ਵਾਲਾ ਸੇਵਾ ਵੀ ਨਹੀਂ ਕਰ ਸਕਦਾ ਕਿਸੇ ਸਾਧੂ ਦੀ। ਉਹ ਇੱਥੇ ਸਾਧ ਸੰਗਤ ਦੀ ਪੰਪਾਸਰ ਤੀਰਥ ਦੇ ਲਾਗੇ ਝੌਂਪੜੀ ਬਣਾ ਕੇ ਰਹਿੰਦੀ ਸੀ। ਲੱਕੜਾਂ ਇਕੱਠੀਆਂ, ਪਿੰਡ 'ਚ ਉਹਨੂੰ ਵੜਨ ਨਹੀਂ ਸੀ ਦਿੰਦਾ ਕੋਈ। ਉਹ ਕੁਝ ਵਿਚਾਰੀ ਬੇਰਾਦਕ ਸ਼ਰਧਾ ਦੀ ਮਾਰੀ ਸਾਧੂਆਂ ਨੂੰ ਛਕਾਵੇ ਕਰੇ। ਉਹ ਜਦੋਂ ਪਤਾ ਲੱਗਿਆ ਵੀ ਇਹ ਤਾਂ ਨੀਵੀਂ ਜਾਤ ਦੀ, ਉਹਨਾਂ ਇਹਦਾ ਫਲ ਖਾਣੇ ਛੱਡ ਦਿੱਤੇ ਸਾਧੂਆਂ ਨੇ। ਫਿਰ ਵਿਚਾਰੀ ਇਹ ਉਹਨਾਂ ਦੇ ਜਿੱਥੇ ਰਹਿੰਦੇ ਸਨ ਉੱਥੇ ਝਾੜੂ ਪੋਚਾ ਕਰਿਆ ਕਰੇ, ਬੌਕਰ ਮਾਰਿਆ ਕਰੇ। ਇਹਨਾਂ ਨੂੰ ਜਦੋਂ ਪਤਾ ਲੱਗਿਆ, ਜਿਹੜੇ ਮਹਾਨ ਸੰਤ ਮਹੰਤ ਸੀਗੇ ਉਹ ਪੂਜਨੀਕ, ਉਹ ਤਾਂ ਨਾ ਕੁਝ ਕਿਹਾ ਕਰਨ, ਪਰ ਇਹ ਜਿਹੜੇ ਥੱਲੇ ਵਾਲੇ ਸਨ ਕੋਈ ਬਣੇ ਬਣਾਏ ਸਾਧੂ, ਉਹ ਈਰਖਾ ਕਰਦੇ ਸੀ ਵੀ ਨੀਵੀਂ ਜਾਤ ਦੀ ਕਿਉਂ ਸੇਵਾ ਕਰਦੀ ਹੈ, ਵੀ ਸਾਡੀ ਸਾਰੀ ਜਪ ਤਪ ਕੀਤੀ ਕਮਾਈ ਤਾਂ ਇਹ ਲੈ ਜਾਂਦੀ ਹੈ। ਕਿਉਂਕਿ ਕਿਸੇ ਜਪੀ ਤਪੀ ਸਾਧੂ ਦੀ ਸੇਵਾ ਸਾਸਨ ਜਿਹੜਾ ਕਰੇਗਾ ਉਹਨੂੰ ਵੀ ਫਲ ਕੁਝ ਨਾ ਕੁਝ ਜ਼ਰੂਰ ਮਿਲਦਾ। ਤੇ ਇਹ ਜਾਪ ਤਪ ਵਿਚਾਰੇ ਕਰਦੇ ਸੀ। ਉਹ ਸੇਵਾ ਇਹਨਾਂ ਦੀ ਕਰਕੇ ਝਾੜੂ ਆਦਿਕ ਲਾ ਲਾ ਕੇ ਸੇਵਾ ਸਾਰੀ ਉਹ ਬੀਬੀ ਭੀਲਣੀ ਲੈ ਜਾਂਦੀ ਸੀ। ਇਹ ਬੜੇ ਦੁਖੀ ਹੋਏ ਜਦੋਂ ਮੰਤ ਚੜਾਈ ਕਰ ਗਿਆ ਨਾ, ਕੁੱਟ ਕੇ ਉਹ ਭੀਲਣੀ ਨੂੰ ਇਥੋਂ ਕੱਢ ਦਿੱਤਾ। ਫਿਰ ਇਹ ਇਸ਼ਨਾਨ ਕਰਨ ਵਾਸਤੇ ਪੰਪਾਸੁਰ ਤੀਰਥ ਤੇ ਜਾਂਦੇ ਸੀ ਸਾਰੇ ਸਾਧੂ। ਜਦੋਂ ਇਹਨਾਂ ਦੇ ਜਾਣ ਦਾ ਸਮਾਂ ਹੁੰਦਾ ਸੀ, ਉਹ ਤੜਕੇ ਹੀ ਉੱਠ ਕੇ ਉਹ ਸਾਰੇ ਰਸਤੇ ਵਿੱਚ ਜਿਹੜਾ ਇਹਨਾਂ ਦੀ ਕੁਟੀਆ ਤੋਂ ਤੀਰਥ ਨੂੰ ਜਾਂਦਾ ਸੀ, ਸਾਰੇ ਵਿੱਚ ਝਾੜੂ ਮਾਰ ਦਿਆ ਕਰੇ। ਇਹ ਇਸ਼ਨਾਨ ਕਰਨ, ਬੜੇ ਜਪ ਤਪ ਕਰਨ, ਫਲ ਇਹਨਾਂ ਨੂੰ ਮਿਲੇ ਨਾ, ਕਿਉਂਕਿ ਫਲ ਉਹ ਲੈ ਜਾਂਦੀ ਸੀ ਸਾਰਾ ਇਹਨਾਂ ਦੀ ਕੀਤੀ ਬੰਦਗੀ ਦਾ। ਬਹੁਤ ਇਹਨਾਂ ਨੇ ਫਿਰ ਉਹਨੂੰ ਕੁੱਟਿਆ ਮਾਰਿਆ। ਤੋ ਪਰਮੇਸ਼ਰ ਦੇ ਭਗਤਾਂ ਨੂੰ ਸਾਧ ਸੰਗਤ ਜੀ ਦੁੱਖ ਹੁੰਦਾ, ਪਰਮੇਸ਼ਰ ਵੀ ਦੁਖੀ ਹੁੰਦਾ। ਉਹ ਇਹੋ ਜਿਹੀ ਪਰਮੇਸ਼ਰ ਦੀ ਕਲਾ ਵਰਤੀ, ਜਿੱਥੇ ਇਸ਼ਨਾਨ ਕਰਨ ਗਏ ਉਹ ਪੰਪਾਸਰ ਤੀਰਥ ਵਿੱਚ, ਉਹਦੇ ਵਿੱਚ ਜਾਂਦਿਆਂ ਨੂੰ ਕੀੜੇ ਪਏ ਹੋਏ। ਇਹਨਾਂ ਨੇ ਬੜੇ ਉੱਥੇ ਜਗ ਜੁਗ ਕੀਤੇ ਸਾਧੂਆਂ ਨੇ ਵੀ, ਕੀੜੇ ਜਿਹੜੇ ਪੰਪਾਸੁਰ ਤੀਰਥ ਵਿੱਚੋਂ ਮਰ ਜਾਣਗੇ। ਉਹ ਸਾਰਾ ਪਾਣੀ ਗੰਦਾ ਹੋਇਆ, ਕੀੜੇ ਪੈ ਪੈ ਕੇ, ਇਸ਼ਨਾਨ ਕਰਨ ਨੂੰ ਮਨ ਨਾ ਕਰੇ। ਇਹਨਾਂ ਨੇ ਕਿਸੇ ਰਿਸ਼ੀ ਨੂੰ ਪੁੱਛਿਆ, ਕਹਿੰਦੇ ਇੱਥੇ ਬਨਵਾਸ ਹੋਇਆ ਰਾਮਚੰਦਰ ਨੂੰ ਤੇ ਉਹ ਆਉਣ ਵਾਲੇ ਹੈ, ਉਹਨਾਂ ਦੇ ਚਰਨ ਪਵਾ ਦਿਓ ਜੇ ਸ਼ਾਇਦ ਪਵਿੱਤਰ ਹੋ ਜੇ। ਚਲੋ ਉਹ ਸਮਾਂ ਪਿਆ, ਰਾਮਚੰਦਰ ਜੀ ਇੱਧਰ ਨੂੰ ਆਏ। ਜਦੋਂ ਪੰਪਾਸਰ ਤੀਰਥ ਦੇ ਲਾਗੋਂ ਲੰਘੇ, ਇਹ ਬ੍ਰਾਹਮਣ ਬੇਨਤੀ ਕੀਤੀ ਸਾਧੂਆਂ ਨੇ ਵੀ ਆਪ ਜੀ ਆ ਪੰਪਾਸੁਰ ਤੀਰਥ ਜਿਹੜਾ ਉਹਦੇ ਵਿੱਚ ਕੀੜੇ ਚੱਲ ਗਏ ਆ, ਆਪ ਸਮੇਂ ਦੇ ਅਵਤਾਰ ਹੋ ਤੇ ਕਿਰਪਾ ਕਰੋ ਚਰਨ ਪਾ ਕੇ ਤੀਰਥ ਪਵਿੱਤਰ ਕਰ ਦਿਓ। ਇਹ ਸਾਰਿਆਂ ਸਾਧੂਆਂ ਵੀ ਪਹਿਲਾਂ ਰਿਸ਼ੀਆਂ ਮੁਨੀਆਂ ਦੇ ਪੈਰ ਚਰਨ ਪਵਾ ਕੇ ਵੇਖੇ ਸੀ, ਪਹਿਲਾਂ ਨਾ ਪਵਿੱਤਰ ਹੋਇਆ। ਭਗਵਾਨ ਸ਼੍ਰੀ ਰਾਮਚੰਦਰ ਜੀਆਂ ਵੀ ਚਰਨ ਪਾਏ, ਪਰ ਉਹਦੇ ਕੀੜੇ ਨਾ ਮਰੇ। ਉਸੇ ਤਰ੍ਹਾਂ ਹੀ ਉਹ ਬਦਬੂ ਮਾਰੇ। ਭਗਵਾਨ ਰਾਮਚੰਦਰ ਜੀ ਜਾਣਦੇ ਸੀ। ਉਹਨਾਂ ਭੀਲਨੀ ਨੂੰ ਵੇਖਿਆ, ਇਹ ਕੁਟੀਆ ਪਾਈ ਨੂੰ, ਕਹਿੰਦੇ ਇਹ ਕੌਣ ਹੈ? ਕਹਿੰਦੇ ਜੀ ਇਹ ਨੀਚ ਜਾਤ ਵਾਲੀ ਹੈ। ਤੇ ਐਵੇਂ ਇੱਥੇ ਸੇਵਾ ਦੀ ਭਾਵਨਾ ਦੀ ਮਾਰੀ ਹੋਈ, ਤੇ ਕਦੇ ਬੌਕਰ ਮਾਰਦੀ, ਕਦੇ ਕਿਵੇਂ ਕਰਦੀ। ਸਾਡਾ ਸਾਰਾ ਜਪ ਤਪ ਤਾਂ ਇਹ ਲੈ ਜਾਂਦੀ ਹੈ। ਉਹ ਹੈ ਉਸ ਤਰ੍ਹਾਂ ਭੀਲਣੀ, ਉਹ ਮਾਤਾ ਦਾ ਸੁਭਾਅ ਸਾਧੂ ਸਰੂਪ ਸੀ, ਕਿਉਂਕਿ ਨਾਮ ਬਹੁਤ ਜਪਦੀ ਸੀ। ਰਾਮਚੰਦਰ ਜੀ ਇਹਨਾਂ ਨੂੰ ਕਹਿੰਦੇ ਮੱਤ ਤੁਹਾਡੀ ਮਾਰੀ, ਕੀੜੇ ਪੈਣੇ ਆ ਤੀਰਥ ਵਿੱਚ, ਕਿਉਂਕਿ ਪਰਮੇਸ਼ਰ ਦੇ ਨਾਮ ਜਪਣ ਵਾਲੇ ਨੂੰ ਤੁਸੀਂ ਈਰਖਾ ਕੀਤੀ ਹੈ।
ਜਾਓ ਇਹ ਪੀਲਣੀ ਦੇ ਪੈਰ ਤੋਂ ਇਹਦੇ ਵਿੱਚ ਚਰਨ ਪਵਾਓ ਤੇ ਤੀਰਥ ਪਵਿੱਤਰ ਹੋ ਜਾਵੇਗਾ। ਹੁਣ ਉਹ ਆਖਣ ਵੀ ਅਸੀਂ ਇਹਦੇ ਪੈਰ ਧੋਣੇ ਨਹੀਂ, ਇਹ ਨੀਵੀਂ ਜਾਤ ਦੀ ਹੈ। ਉਹ ਪੀਲਣੀ ਨਿਮਰ ਸੀ, ਕਹਿੰਦੇ ਰਾਮਚੰਦਰ ਨੂੰ ਕਹਿੰਦੀ ਕਿ ਮਹਾਰਾਜ ਇਹ ਸਾਧੂ ਨੇ ਫਿਰ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਮੈਂ ਨੀਵੀਂ ਜਾਤ ਦੀ ਹਾਂ, ਮੈਂ ਆਪ ਹੀ ਆਪਦੇ ਚਰਨ ਧੋ ਲੈਣੇ। ਉਹਨੇ ਆਪ ਹੀ ਆਪਦੇ ਪੈਰ ਧੋ ਕੇ ਇਹਨਾਂ ਨੂੰ ਦਿੱਤੇ। ਜਦੋਂ ਹੀ ਸਾਧ ਸੰਗਤ ਜੀ ਜਾ ਕੇ ਉਹ ਜਾਲੇ ਦੇ ਪੀਲਣੀ ਦੇ ਪੈਰਾਂ ਵਾਲਾ ਤੀਰਥ ਵਿੱਚ ਪਾਇਆ ਤੇ ਸਾਰੇ ਕੀੜੇ ਮਰ ਗਏ। ਤੀਰਥ ਐਨ ਉਜਲ ਚਿੱਟਾ ਜਲ ਹੋ ਗਿਆ ਉਹਦਾ। ਭਾਵ ਕਿ ਜਿਹੜਾ ਸਾਧ ਸੰਗਤ ਜੀ ਪਾਪੀ ਜਦੋਂ ਇਸ਼ਨਾਨ ਕਰੇਗਾ ਉਹ ਤੀਰਥ ਜਿਹੜੇ ਉਹ ਵੀ ਸਹਿਤ ਮੈਲ ਦੇ ਹੋ ਜਾਂਦੇ। ਜਦੋਂ ਕੋਈ ਜਪ ਤਪ ਵਾਲਾ ਉਹਦੇ ਵਿੱਚ ਇਸ਼ਨਾਨ ਕਰੇਗਾ, ਤੀਰਥ ਪਾਪੀ ਦੀ ਮੈਲ ਕੱਟਣ ਵਿੱਚ ਸਮਰੱਥ ਹੈ ਤੇ ਸਾਧੂ ਸਾਧ ਸੰਗਤ ਜੀ ਤੀਰਥ ਦੀ ਮੈਲ ਕੱਟਣ ਵਿੱਚ ਸਮਰੱਥ ਹੈ। ਤੀਰਥ ਵੱਡਾ ਕਿ ਹਰਿ ਕਾ ਦਾਸ, ਹਰੀ ਦੇ ਨਾਮ ਜਪਣ ਵਾਲੇ ਤੀਰਥ ਤੋਂ ਵੀ ਵੱਡੇ ਹੈ। ਤੋ ਤੀਰਥਾਂ ਦੇ ਵਿੱਚ ਇਹ ਪਾਪੀ ਇਸ਼ਨਾਨ ਕਰਦੇ ਸਨ। ਇਹ ਪਾਪਾਂ ਦੇ ਭਾਰ ਤੋਂ ਦੁਖੀ ਹੋ ਕਰਕੇ ਪੁਕਾਰ ਕੀਤੀ ਵੀ ਗੁਰੂ ਅਮਰਦਾਸ ਮਹਾਰਾਜ ਸਾਡੇ ਵਿੱਚ ਆ ਕੇ ਆਪ ਚਰਨ ਪਾਓ ਤੇ ਕਿਸੇ ਤਰ੍ਹਾਂ ਸਾਡੀ ਵੀ ਕਲਿਆਣ ਹੋ ਜਾਵੇ। ਸਭ ਤੀਰਥ ਕੋ ਲਖ ਪਿਪਰਾਇਆ। ਤੇ ਇਧਰ ਸਾਰੇ ਤੀਰਥਾਂ ਦਾ ਜਿਹੜਾ ਵਾ ਉਹ ਜਾਣ ਕਰਕੇ ਵੀ ਪ੍ਰਭਿਆਸ ਕੀ ਆ, ਵੀ ਤੀਰਥ ਕੀ ਚਾਹੁੰਦੇ ਆ, ਤੀਰਥਾਂ ਦਾ ਮਨੋਰਥ ਜਾਣ ਕੇ ਸਤਿਗੁਰਾਂ ਨੇ ਭਏ ਤਿਆਰ ਸੰਗਤ ਸੰਗ ਲਾਇਆ। ਗੁਰੂ ਅਮਰਦਾਸ ਜੀ ਮਹਾਰਾਜ ਸਾਰੀ ਸੰਗਤ ਨਾਲ ਲੈ ਕੇ ਤੀਰਥ ਯਾਤਰਾ ਨੂੰ ਤਿਆਰ ਹੋਏ ਆ। ਜਹ ਜਹ ਸਿੱਖਨ ਜਿਸ ਜਿਸ ਗ੍ਰਾਮ। ਜਿੱਥੇ ਜਿੱਥੇ ਵੀ ਉਹ ਸਿੱਖ ਰਹਿੰਦੇ ਸੀ, ਜਿਸ ਜਿਸ ਪਿੰਡ ਨਗਰ ਅੰਦਰ ਯਾਤਰਾ ਸੁਣੀ ਗੁਰੂ ਸੁਖ ਧਾਮ। ਸਿੱਖਾਂ ਜਦੋਂ ਸੁਣਿਆ ਵੀ ਸੁਖਾਂ ਦੇ ਘਰ ਗੁਰੂ ਅਮਰਦਾਸ ਜੀ ਤੀਰਥਾਂ ਦੀ ਯਾਤਰਾ ਤੇ ਜਾ ਰਹੇ ਆ, ਤਹ ਤਹ ਤੇ ਹੋਏ ਤਿਆਰ ਚੱਲੇ ਹੈ। ਤੇ ਬੜੀ ਦੂਰੋਂ ਦੂਰੋਂ ਸੰਗਤਾਂ ਪਿੰਡਾਂ ਨਗਰਾਂ ਦੀਆਂ ਤਿਆਰ ਹੋ ਕੇ ਤੇ ਗੋਇੰਦਵਾਲ ਪਹੁੰਚ ਗਈਆਂ ਨਾਲ ਹੀ ਮਹਾਰਾਜ ਦੇ ਜਾਣੇ ਵਾਸਤੇ। ਆਨ ਸਤਿਗੁਰੂ ਸੰਗ ਮਿਲੇ ਹੈ। ਇੱਥੇ ਗੋਇੰਦਵਾਲ ਆ ਸਤਿਗੁਰਾਂ ਦੇ ਨਾਲ ਮਿਲੇ ਆ। ਗੁਰੂ ਗ੍ਰਹਿ ਕੇ ਸੰਬੰਧੀ ਜੇਤੇ। ਗੁਰੂ ਘਰ ਦੇ ਜਿੰਨੇ ਸੰਬੰਧੀ ਸੀਗੇ, ਕੋ ਰਿਸ਼ਤੇਦਾਰ ਨਾਤੀ ਸਨ ਮਹਾਰਾਜ ਦੇ, ਭਏ ਤਿਆਰ ਚੱਲਣੇ ਕਹਤੇ ਤੇ। ਸਾਰੇ ਦੇ ਸਾਰੇ ਹੀ ਤੀਰਥਾਂ ਦੀ ਯਾਤਰਾ ਵਾਸਤੇ ਮਹਾਰਾਜ ਨਾਲ ਚੱਲਣੇ ਨੂੰ ਤਿਆਰ ਹੋਏ ਆ। ਸਤ ਸੰਗਤ ਸਿਮਰਨ ਹਰ ਨਾਮੂ। ਸਤ ਸੰਗਤ ਵੀ ਕਰਾਂਗੇ, ਉੱਥੇ ਹਰੀ ਦਾ ਨਾਮ ਸਿਮਰਾਂਗੇ, ਮਹਾਰਾਜ ਦੀ ਸੰਗਤ ਹੋ ਜਾਵੇਗੀ। ਹੋਤ ਕੀਰਤਨ ਧੁਨ ਅਭਿਰਾਮੂ। ਵੀ ਸੋਹਣਾ ਕੀਰਤਨ ਹੋਵੇਗਾ, ਸੁਣਾਂਗੇ ਕੀਰਤਨ ਸੋਹਣੀ ਧੁਨ ਅੰਦਰ ਮਿੱਠਾ। ਗੋਇੰਦਵਾਲ ਤਿਆਗ ਕਰ ਚੱਲੇ। ਇਸ ਤਰ੍ਹਾਂ ਕੀਰਤਨ ਹੁੰਦਾ ਹੈ, ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ। ਗੁਰੂ ਅਮਰਦਾਸ ਜੀ ਸੰਗਤਾਂ ਸਮੇਤ ਤੀਰਥਾਂ ਦੀ ਯਾਤਰਾ ਨੂੰ ਚੱਲੇ ਹੈ ਗੋਇੰਦਵਾਲ ਛੱਡ ਕੇ। ਸਨੇ ਸਨੇ ਮਗ ਮਹਿ ਬਹ ਮਿਲੇ। ਤੋ ਧੀਰੇ ਧੀਰੇ ਮਹਾਰਾਜ ਜਾ ਰਹੇ, ਰਸਤੇ ਵਿੱਚ ਬੜੇ ਸਿੱਖ ਆਣ ਕੇ ਮਿਲ ਰਹੇ ਆ। ਜਿਨ੍ਹਾਂ ਨੇ ਜਾਣਾ ਸੀ ਉਹ ਰਸਤੇ ਵਿੱਚ ਹੀ ਸੰਗਤ ਨਾਲ ਮਿਲੀ ਜਾਂਦੇ ਆ। ਇੱਕ ਤੋ ਨਿਤ ਗੁਰ ਦਰਸ਼ਨ ਕਰੈ। ਕਿਉਂਕਿ ਉਹ ਸਿੱਖਾਂ ਨੂੰ ਇਹ ਲਾਲਚ ਹੈ ਵੀ ਇੱਕ ਤਾਂ ਰੋਜ਼ ਹੀ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਾਂਗੇ, ਕੀਰਤਨ ਸੁਨਹਿ ਅਘਨ ਪਰ ਹਰੈ। ਤੇ ਨਾਲ ਕੀਰਤਨ ਸੁਣਾਂਗੇ ਤੇ ਪਾਪਾਂ ਦੀ ਮੈਲ ਕੱਟ ਲਵਾਂਗੇ। ਬਾਹਰ ਜੇ ਜਵਾ ਤਰਕਨ ਕੇਰਾ। ਬਾਕੀ ਸਾਧ ਸੰਗਤ ਤੁਰਕਾਂ ਨੇ ਉਦੋਂ ਤੀਰਥਾਂ ਤੇ ਜੇਜੀਆ ਟੈਕਸ ਲਾਇਆ ਹੋਇਆ ਸੀ। ਉਹ ਟੈਕਸ ਲੈਂਦੇ ਸੀ, ਕਰ ਲਗਾਉਣ ਲੈਂਦੇ ਸੀਗੇ, ਤੀਰਥ ਤੇ ਇਸ਼ਨਾਨ ਕਰਨ ਦੇ ਵੀ ਪੈਸੇ ਲੈਂਦੇ ਸੀ। ਜਿਵੇਂ ਹੁਣ ਵੀ ਕਈ ਵਾਰੀ ਜਿਹੜੇ ਹੈ ਉਹ ਲਾ ਦਿੰਦੇ ਆ, ਜਿਵੇਂ ਟੋਲ ਟੈਕਸ ਲਾਏ ਹੋਏ ਨਾ ਜਾਣ ਆਉਣ ਵਾਸਤੇ ਸੜਕਾਂ ਤੇ। ਉਦੋਂ ਤੀਰਥਾਂ ਦੀ ਯਾਤਰਾ ਤੇ ਲਾਉਣ ਵਾਸਤੇ ਜਿਹੜਾ ਇਸ਼ਨਾਨ ਕਰਨ ਆਉਂਦਾ ਸੀ ਤੇ ਉਹ ਮੁਸਲਮਾਨ ਉਥੋਂ ਪੈਸੇ ਲੈਂਦੇ ਸੀ ਇਸ਼ਨਾਨ ਕਰਨ ਦੇ ਨਾਂ ਤੋਂ, ਹਿੰਦੂਆਂ ਤੋਂ। ਤੋ ਇਹ ਕੁਝ ਹਿੰਦੂਆਂ ਨੂੰ ਵੀ ਹੈ ਵੀ ਨਾਲੇ ਮਹਾਰਾਜ ਦੇ ਦਰਸ਼ਨ ਕਰਾਂਗੇ, ਨਾਲੇ ਤੀਰਥ ਇਸ਼ਨਾਨ ਜਾਵਾਂਗੇ। ਤੇ ਅਕਬਰ ਮਹਾਰਾਜ ਦੇ ਦਰ ਘਰ ਦਾ ਪ੍ਰੇਮੀ ਆ, ਵੀ ਕਿਹੜਾ ਮਹਾਰਾਜ ਤੋਂ ਜੇਜੀਆ ਟੈਕਸ ਲੈਣਾ, ਨਾਲੇ ਟੈਕਸ ਤੋਂ ਬਚ ਜਾਵਾਂਗੇ। ਉਲੰਘ ਤਿਸ ਕੋ ਇਹ ਸੁਖ ਹੇਰਾ। ਤੇ ਇਉਂ ਕਹਿ ਕਰਕੇ ਸਾਰੇ ਸੁਖ ਜਾਣ ਕਰਕੇ ਮਹਾਰਾਜ ਦੇ ਨਾਲ ਤੁਰੇ ਆ। ਜਾਂ ਤੇ ਮਿਲ ਹੈ ਸੰਗ ਵੱਡ ਭਾਗੇ। ਗੁਰੂ ਅਮਰਦਾਸ ਪਾਤਸ਼ਾਹ ਦੇ ਨਾਲ ਮਿਲ ਕੇ ਜਾ ਰਹੇ ਆ। ਪ੍ਰੇਮ ਰਸ ਵਿੱਚ ਭਿੱਜੇ ਸਿੱਖ ਰੂਹਾਂ, ਚੱਲੇ ਜਾਤ ਰਸ ਪ੍ਰੇਮ ਸੋ ਭਾਗੇ। ਤੇ ਪ੍ਰੇਮ ਰਸ ਵਿੱਚ ਪਾਗੇ ਰੰਗੇ ਹੋਏ ਆ ਸਾਰੇ ਹੀ। ਉਲੰਘ ਬਿਪਾਸਾ ਸਲਿਤਾ ਸਾਰੇ। ਬਿਆਸ ਦਰਿਆ ਲੰਘ ਕਰਕੇ
ਸਾਰੀਆਂ ਸੰਗਤਾਂ ਗੋਇੰਦਵਾਲ ਤੋਂ ਬਿਆਸ ਲੰਘ ਕਰਕੇ ਦੇਸ਼ ਦੁਆਬੇ ਵਿੱਚ ਪਧਾਰੇ। ਉਹ ਦੁਆਬੇ ਦੇਸ਼ ਦੇ ਦੁਆਬੇ ਦੇਸ਼ ਅੰਦਰ ਜਾ ਵੜੇ ਆ ਸਨੇ ਸਨੇ ਕਰ ਤਿਆਗਿਓ ਸਾਰੋ। ਤੇ ਹੌਲੀ ਹੌਲੀ ਦੁਆਬਾ ਸਾਰਾ ਦੇਸ਼ ਲੰਘਿਆ ਹੈ ਸਤੁਦਰਵ ਕੋ ਪੁਨ ਆਏ ਨਿਹਾਰੋ। ਤੇ ਗਰੀਬ ਨਵਾਜ ਸਤੁਦਰਵ ਇਹ ਸਤਲੁਜ ਨੂੰ ਕਹਿੰਦੇ ਹੈ। ਸਤਲੁਜ ਵੀ ਆਣ ਇਹਦੇ ਕੰਢੇ ਤੇ ਪਹੁੰਚੀਆਂ ਸੰਗਤਾਂ। ਬਾਹਰ ਬਹੁ ਗੰਭੀਰ ਨੀਰਜ ਸਮਾਹੀ। ਜਿਸ ਸਤਲੁਜ ਦਾ ਪਾਣੀ ਬੜਾ ਡੂੰਘਾ ਵਹਿੰਦਾ ਹੈ। ਸਭ ਸੰਗਤ ਮੱਜਨ ਕਰਤਾਹੀ। ਪਹਿਲਾਂ ਸਾਰੀ ਸੰਗਤ ਨੇ ਸਤਲੁਜ ਵਿੱਚ ਇਸ਼ਨਾਨ ਕੀਤਾ ਹੈ ਚੜ ਕਰ ਤਰੀ ਭਏ ਪੁਨ ਪਾਰੀ। ਤੇ ਫਿਰ ਉਹ ਕਿਸ਼ਤੀਆਂ ਬੇੜਿਆਂ ਤੇ ਚੜ ਚੜ ਕੇ ਸਤਲੁਜ ਦਰਿਆ ਪਾਰ ਕੀਤਾ ਵੈ। ਗਮਨੇ ਸਤਗੁਰ ਬਹੁਰ ਅਗਾਰੀ। ਇਸ ਤੋਂ ਫਿਰ ਮਹਾਰਾਜ ਅੱਗੇ ਤੁਰ ਪਏ ਐ। ਕਬ ਬੜਵਾ ਪਰ ਕਰਹਿ ਪਿਆਨ। ਮਹਾਰਾਜ ਦਾ ਸਰੀਰ ਬਿਰਧ ਹੋਣ ਕਰਕੇ ਨਾਲ ਇੱਕ ਘੋੜੀ ਹੈ ਮਹਾਰਾਜ ਦੀ ਪਿਆਰੀ। ਉਹ ਕਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੀ ਉੱਪਰ ਸਵਾਰ ਹੋ ਜਾਂਦੇ ਐ ਕਬ ਗੁਰ ਗਮਨ ਹੈ ਚੜ ਚੰਪਾਨ। ਤੇ ਕਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਲਕੀ ਅੰਦਰ ਬੈਠ ਜਾਂਦੇ ਐ। ਸ਼ਮਸ ਸਵੇਤ ਬਹੁ ਬ੍ਰਿਧ ਸਰੀਰ। ਉਹ ਸੱਚੇ ਪਾਤਸ਼ਾਹ ਮਹਾਰਾਜ ਦਾ ਚਿੱਟਾ ਦਾੜਾ ਹੈ ਤੇ ਸਰੀਰ ਬੁੱਢਾ ਹੈ। ਅਤਿਸ਼ੈ ਸੇਤ ਧਰੇ ਬਰ ਚੀਰ। ਤੇ ਚਿੱਟੇ ਹੀ ਮਹਾਰਾਜ ਨੇ ਬਸਤਰ ਚਿੱਟਾ ਦਾੜਾ ਹੈ ਤੇ ਚਿੱਟੇ ਮਹਾਰਾਜ ਦੇ ਬਸਤਰ ਪਾਏ ਹੋਏ ਹਨ। ਸੁਜਾਸ ਸਵੇਤ ਬਿਸਤਰ ਹੈ ਵਿਸਾਲਾ। ਕਵੀ ਜੀ ਕਹਿੰਦੇ ਮਾਨੋ ਜਸ ਵਡਿਆਈ ਦਾ ਰੰਗ ਵੀ ਸਾਧ ਸੰਗਤ ਜੀ ਚਿੱਟਾ ਮੰਨਿਆ। ਤੋ ਕਹਿੰਦੇ ਮਾਨੋ ਚਿੱਟੀ ਵਡਿਆਈ ਉਜਲਤਾ ਮਹਾਰਾਜ ਚਿੱਟਾ ਹੀ ਦਾੜਾ ਹੈ ਚਿੱਟੇ ਹੀ ਮਹਾਰਾਜ ਦੇ ਬਸਤਰ ਹੈ ਤੇ ਸਫੈਦ ਮਹਾਰਾਜ ਦਾ ਜਸ ਵਡਿਆਈ ਫੈਲ ਰਿਹਾ ਹੈ। ਤਥਾ ਸਵੇਤ ਮਨ ਹੈ ਸਭ ਕਾਲਾ। ਕਹਿੰਦੇ ਇਸ ਪ੍ਰਕਾਰ ਸਵੇਤ ਉਸ ਸਮੇਂ ਸਭ ਚਿੱਟਾ ਰੰਗ ਸਾਧ ਸੰਗਤ ਸ਼ਾਂਤੀ ਦਾ ਵੀ ਹੈ ਪਵਿੱਤਰਤਾ ਦਾ ਵੀ ਹੈ ਔਰ ਪੁੰਨ ਦਾ ਰੰਗ ਵੀ ਚਿੱਟਾ ਮੰਨਿਆ। ਹੰਸ ਦਾ ਰੰਗ ਵੀ ਚਿੱਟਾ ਮੰਨਿਆ। ਚੰਗਿਆਈ ਦਾ ਰੰਗ ਵੀ ਚਿੱਟਾ ਮੰਨਿਆ। ਗੰਗਾ ਦੇ ਨੀਰ ਦਾ ਰੰਗ ਵੀ ਚਿੱਟਾ ਮੰਨਿਆ। ਵਡਿਆਈ ਦਾ ਰੰਗ ਵੀ ਸਾਧ ਸੰਗਤ ਜੀ ਚਿੱਟਾ ਮੰਨਿਆ। ਤੋ ਇਸ ਤਰ੍ਹਾਂ ਕਹਿੰਦੇ ਆ ਕਵੀ ਰਾਜ ਸੰਤੋਖ ਸਿੰਘ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਜਿਹੜੀ ਨਾ ਆਇਆ ਹੋਵੇ 52 ਰੂਪ ਦੇ ਸਮ ਹੋ ਰਹੇ ਆ। ਧਾਰਤ ਸ਼ਕਤ ਮਹਦ ਮਹੀਆਨ। ਪਰ ਇਹ ਵਾਧਾ ਗੁਰੂ ਅਮਰਦਾਸ ਮਹਾਰਾਜ ਵਿੱਚ 52 ਰੂਪ ਨਾਲੋਂ ਮਹਾਰਾਜ ਵਿੱਚ ਸ਼ਕਤੀ ਬਲ ਕਲਾ ਬਹੁਤੀ ਹੈ ਸਮਰੱਥ ਹਨ। ਗਮਨ ਹੈ ਮੰਦ ਮੰਦ ਸਭ ਥਾਨ। ਧੀਰੇ ਧੀਰੇ ਸੱਚੇ ਪਾਤਸ਼ਾਹ ਜੀ ਸਾਰਿਆਂ ਸਥਾਨਾਂ ਤੋਂ ਜਾ ਰਹੇ ਅੱਗੇ। ਪਹੁੰਚੇ ਆਨ ਪਹੋਏ ਥਾਨ। ਇੱਥੇ ਜਿਹੜਾ ਪਿਹੋਆ ਨਗਰ ਹੈ ਜਿਹਨੂੰ ਭੇਵਾ ਕਹਿ ਦਿੰਦੇ ਪਿਹੋਏ ਸੱਚੇ ਪਾਤਸ਼ਾਹ ਮਹਾਰਾਜ ਜੀ ਪਹੁੰਚੇ ਆ। ਜਹਾਂ ਸਰਸਵਤੀ ਪੁੰਨ ਮਹਾਨ। ਤੇ ਜਿੱਥੇ ਸਾਧ ਸੰਗਤ ਜੀ ਸਰਸਵਤੀ ਨਾਮ ਦੀ ਜਿਹੜੀ ਵੈ ਪੁੰਨਾ ਸਹਿਤ ਨਦੀ ਬੜੀ ਮਹਾਨ ਵਗਦੀ ਹੈ।